वेलकम बैक चाणक्य एजुकेशन अकैडमी बरनाला। अज आप वीडियो जो करन जा रहे हैं वो हैगा जी साडे कोले उत्तरी भारत बारे। उत्तरी भारत के जिहड़े राजवंश सीगे पूर्व मध्यकाल तो पहलां दा समां सीगा जिहड़ा हर्ष तो बाद दा समां सीगा जिहड़ा वर्धन वंश तो बाद दा समां मध्यकाल तो पहलां दा समां उहदे बारे चर्चा करन जा रहे हैं। उत्तरी भारत दे विच किहड़े-किहड़े राज कर रहे सी राजे ते उन्हां दा आपदी स्थापना किवें कीती उस बारे प्रश्न करांगे। अज आपां ध्यान नाल इह टॉपिक दे विचों प्रश्न आउंदे ने, तुसीं जरूर देखणे ने ये टॉपिक ते आपदी तैयारी है जिहड़ी ओह कंटीन्यू रखो हुण, क्योंकि जिहड़ी आप गौरमेंट आ ਉਹ ਕਾਫੀ ਰਾਜਾਂ 'ਚੋਂ ਹਾਰ ਚੁੱਕੀ ਹੈ ਤੇ ਭਗਵੰਤ ਮਾਨ ਆਪਣੇ ਸੀਐਮ ਨੇ ਜਿਹੜੇ ਥਾਂ ਥਾਂ ਤੇ ਫਿਰ ਰਹੇ ਨੇ। ਅੱਜ ਵੀ ਮੈਂ ਹੁਣੀ ਦੇਖ ਕੇ ਹਟਿਆ ਸੀ, ਇੱਕ ਸਕੂਲ 'ਚ ਫਿਰ ਰਹੇ ਸੀਗੇ ਤੇ ਕਹਿਣ ਤੋਂ ਭਾਵ ਜੇ ਆਪਾਂ ਐਨਾਲਾਈਜ਼ ਕਰ ਲਈਏ ਤੇ ਆਉਂਦੇ ਸਮੇਂ ਦੇ ਵਿੱਚ ਪੋਸਟਾਂ ਵਗੈਰਾ ਆਉਣ ਦੇ ਪੂਰੇ ਵਧੀਆ ਚਾਂਸ ਨੇਗੇ ਜੀ। ਤਿਆਰੀ ਕਰਦੇ ਰਹੋ, ਮਾਸਟਰ ਕੇਡਰ ਦੀ ਤਿਆਰੀ ਕਰਦੇ ਹੋ, ਜੋ ਵੀ ਤਿਆਰੀ ਕਰਦੇ ਹੋ, ਪੀਸੀਐਸ ਦੀ ਯੂਪੀਐਸਸੀ ਦੀ ਤਿਆਰੀ ਕਰਦੇ ਰਹੋ। ਪੰਜਾਬ ਦੇ ਵਿੱਚ ਤਾਂ ਪੀਸੀਐਸ ਦੀ ਤਿਆਰੀ ਕਰੋ, पोस्टां तुहानूं बहुत मिलणगीਆਂ। मास्टर कैडर की तैयारी करो, ठीक है जी, लैक्चरार की तैयारी करो बट कर दो स्टार्ट। आने वाला समा बहुत वधिया गा। भगवंत मान दे जे आपां लाइए 3 साल रह गए, 3 सालों के तुसीं जॉब ते लग सकते हो। टारगेट मिथ लो, बना लो आपदा टारगेट ते अज ही आपां नूं ज्वाइन कर लो। करदे जी स्टार्ट। जे वधिया लगदा लाइक शेयर कमेंट जरूर कर दिया करो। उत्तर भारत दे विच किहड़े राजवंश राज कर रहे सीगे? ਹੁਣ उत्तरी भारत ਦੇ ਵਿੱਚ ਜਦੋਂ ਹਰਸ਼ ਵਰਧਨ ਦਾ ਸਮਾਂ ਸੀਗਾ, ਜਿਹੜਾ ਹਰਸ਼ ਦਾ ਸਮਾਂ ਕਾਲ ਖਤਮ ਹੋ ਗਿਆ, ਮੱਧਕਾਲ ਆ ਜਿਹੜਾ 1206 ਦੇ ਵਿੱਚ ਸਥਾਪਿਤ ਹੋਇਆ ਦਿੱਲੀ ਸਲਤਨਤ। ਉਦੋਂ ਪਹਿਲਾਂ ਦਾ ਸਮਾਂ ਜਿਹੜਾ ਹਰਸ਼ ਤੋਂ ਬਾਅਦ ਦਾ ਸਮਾਂ ਕੀ ਸੀਗਾ? ਕਿਹੜੇ ਕਿਹੜੇ ਰਾਜਵੰਸ਼ ਸੀਗੇ ਜਿਹੜੇ ਛੋਟੇ ਛੋਟੇ ਰਾਜ ਕਰ ਰਹੇ ਸੀ? ਪਾਲ ਰਾਜ ਕਰ ਰਹੇ ਸੀ, ਇੱਥੇ ਸੇਨ ਰਾਜ ਕਰ ਰਹੇ ਸੀ ਜਾਂ ਵਰਮਨ ਰਾਜ ਕਰ ਰਹੇ ਸੀ? ਕੌਣ ਰਾਜ ਕਰ ਰਹੇ ਸੀਗੇ ਜੀ? ਜਾਂ ਉਪਰੋਕਤ ਸਾਰੇ ਨੇ? ਇਹਦਾ ਆਨਸਰ ਕੀ ਆਊਗਾ? ਸਾਰੀ ਰਾਜ ਕਰ ਰਹੇ ਸੀਗੇ। ਕੀ ਰਾਜ ਕਰ ਰਹੇ ਸੀਗੇ? ਸਾਰੇ ਰਾਜ ਕਰ ਰਹੇ ਸੀ। ਕਿਹੜੇ ਕਿਹੜੇ ਸੀ? ਬੰਗਾਲ ਦੇ ਵਿੱਚ ਕੌਣ ਰਾਜ ਕਰ ਰਿਹਾ ਸੀਗਾ? ਪਾਲ ਵੰਸ਼ ਕਰ ਰਿਹਾ ਸੀ ਰਾਜ, ਠੀਕ ਹੈ ਜੀ। ਬੰਗਾਲ ਦੇ ਵਿੱਚ ਫੇਰ ਕੌਣ ਆਇਆ ਪਾਲਾਂ ਤੋਂ ਬਾਅਦ? ਸੇਨ ਆਏ, ਠੀਕ ਆ। ਕਾਮਰੂਪ ਦੇ ਵਰਮਨ ਆਏ ਸਾਡੇ ਕੋਲੇ ਜੀ, ਠੀਕ ਹੈ ਜੀ। ਉੜੀਸਾ ਦੇ ਵਿੱਚ ਭੌਮਾਰਕਾਰ ਆਏ ਸਾਡੇ ਕੋਲੇ ਤੇ ਉੜੀਸਾ ਦੇ ਵਿੱਚ ਸੋਮ ਵੰਸ਼ ਵੀ ਚੱਲਿਆ ਇੱਕ। ਗੁੱਜਰ ਪ੍ਰਤਿਹਾਰ ਗੁਜਰਾਤ ਦੇ ਵਿੱਚ ਰਾਜ ਕੀਤਾ। ਚੌਹਾਨਾਂ ਨੇ ਦਿੱਲੀ ਦੇ ਵਿੱਚ ਤੇ ਚੰਦੇਲ ਵੰਸ਼ ਨੇ ਰਾਜ ਕੀਤਾ ਸਾਡੇ ਕੋਲੇ। ਕਿਹੜੇ ਕਿਹੜੇ ਆ ਗਏ? ਚੌਹਾਨ ਰਾਜਵੰਸ਼ ਆ ਗਿਆ ਜੀ, ਚੰਦੇਲ ਆ ਗਈ, ਠੀਕ ਆ ਜੀ, ਗੜਵਾਲ ਆ ਗਏ ਤੇ ਕਲਚੂਰੀ, ਪਰਮਾਰ, ਗੁੱਜਰ ਪ੍ਰਤਿਹਾਰ, ਪਾਲ ਵੰਸ਼, ਇਹ ਸਾਰੇ ਸਾਡੇ ਕੋਲੇ ਤੈਮੂਰ ਦਿੱਲੀ ਸਥਾਪਿਤ ਕੀਤੇ ਜਿਹੜੀ ਇੱਥੇ ਰਾਜ ਕਰ ਰਹੇ ਸੀਗੇ। ਇਹ ਆਪਾਂ ਤੁਹਾਨੂੰ ਐਪ ਦੇ ਵਿੱਚ ਮਾਸਟਰ ਕੇਡਰ ਜਿਹੜਾ ਕੋਰਸ ਸਟਾਰਟ ਕੀਤਾ ਹੋਇਆ ਆਪਾਂ ਨੇ ਪੂਰਾ ਵਧੀਆ ਪਿਕਚਰ ਲਾ ਕੇ ਡਾਇਗਰਾਮ ਤੋਂ ਕਰਵਾਇਆ ਹੋਇਆਗਾ ਤੇ ਅੱਜ ਵੀ ਤੁਹਾਨੂੰ ਮੈਂ ਇਹ ਡਾਇਗਰਾਮ ਦਿਖਾਤਾ ਤੇ ਇਹਦੇ ਵਿੱਚ ਇਹ ਰਾਜੇ ਰਾਜ ਕਰ ਰਹੇ ਸੀਗੇ ਜੀ। ਜਦੋਂ ਹੁਣ ਅਰਬਾਂ ਨੇ ਭਾਰਤ ਤੇ ਹਮਲੇ ਕਰਨੇ ਸਟਾਰਟ ਕਰਤੇ ਤਾਂ ਕਿਹੜੀਆਂ ਸ਼ਕਤੀਆਂ ਦਾ ਉਥਾਨ ਸੀਗਾ ਭਾਰਤ ਦੇ ਵਿੱਚ? ਭਾਰਤ ਵਿੱਚ ਕਿਹੜੀਆਂ ਸ਼ਕਤੀਆਂ ਸੀਗੀਆਂ ਜਦੋਂ ਅਰਬਾਂ ਨੇ ਹਮਲੇ ਕਰਨੇ ਸਟਾਰਟ ਕੀਤੇ? ਅਰਬਾਂ ਨੇ ਭਾਰਤ ਤੇ ਹਮਲੇ ਕਰਤੇ ਸੀਗੇ ਸਟਾਰਟ 712 ਚ। ਮੁਹੰਮਦ ਬਿਨ ਕਾਸਿਮ ਨੇ ਪਹਿਲਾ ਹਮਲਾ ਕੀਤਾ ਸੀ ਸਿੰਧ ਦੇ ਉੱਤੇ, ਠੀਕ ਆ। ਉਹ ਸਮੇਂ ਸਾਡੇ ਕੋਲੇ ਭਾਰਤ ਦੇ ਵਿੱਚ ਕਿਹੜੀਆਂ ਕਿਹੜੀਆਂ ਸ਼ਕਤੀਆਂ ਸੀਗੀਆਂ? ਗੁੱਜਰ ਪ੍ਰਤਿਹਾਰ ਰਾਜ ਕਰ ਰਹੇ ਸੀਗੇ, ਰਾਸ਼ਟਰਕੂਟ ਰਾਜ ਕਰ ਰਹੇ ਸੀਗੇ ਜਾਂ ਫਿਰ ਪਾਲ ਵੰਸ਼ ਰਾਜ ਕਰ ਰਿਹਾ ਸੀਗਾ। ਇਹ ਸਾਰੇ ਜਿਹੜੇ ਰਾਜੇ ਸੀਗੇ ਸਾਡੇ ਕੋਲੇ ਰਾਜ ਕਰ ਰਹੇ ਸੀਗੇ। ਗੁੱਜਰ ਪ੍ਰਤਿਹਾਰ ਕਿੱਥੇ ਰਾਜ ਕਰ ਰਹੇ ਸੀਗੇ ਜੀ? ਗੁੱਜਰ ਪ੍ਰਤਿਹਾਰ ਆ ਪਿਆਗਾ ਗੁਜਰਾਤ ਦੇ ਵਿੱਚ। ਰਾਸ਼ਟਰਕੂਟ ਨੀਚੇ ਰਾਜ ਕਰ ਰਹੇ ਸੀਗੇ ਦੱਖਣ ਦੇ ਵਿੱਚ। ਪਾਲ ਵੰਸ਼ ਆ ਜਿਹੜਾ ਸਾਡੇ ਕੋਲੇ ਆ ਰਾਜ ਕਰ ਰਹੇ ਸੀ, ਪਾਲ। ਤੇ ਇਹਨਾਂ ਤਿੰਨਾਂ ਸ਼ਕਤੀਆਂ ਦੇ ਵਿਚਕਾਰ ਸੰਘਰਸ਼ ਚੱਲਦਾ ਰਿਹਾਗਾ। ਤ੍ਰੈ ਪੱਖੀ ਸੰਘਰਸ਼ ਕਿਹਦੇ ਨੇ ਲੈ ਕੇ? ਕਨੌਜ ਨੂੰ ਲੈ ਕੇ। ਕਨੌਜ ਸੈਂਟਰ ਦੇ ਵਿੱਚ ਸੀਗਾ, ਠੀਕ ਹੈ ਜੀ। ਉੱਥੇ ਕਨੌਜ ਨੂੰ ਲੈ ਕੇ ਸੰਘਰਸ਼ ਚੱਲਦਾ ਰਿਹਾ ਤੇ ਤ੍ਰੈ ਪੱਖੀ ਸੰਘਰਸ਼ ਬੋਲਦੇ ਨੇ, ਬੋਲਿਆ ਜਾਂਦਾ ਤ੍ਰੈ ਪੱਖੀ ਸੰਘਰਸ਼ ਕਿਹਨਾਂ ਕਿਹਨਾਂ ਸ਼ਕਤੀਆਂ ਦੇ ਵਿਚਕਾਰ ਚੱਲਿਆ? ਗੁੱਜਰ ਪ੍ਰਤਿਹਾਰਾਂ ਦੇ, ਰਾਸ਼ਟਰਕੂਟਾਂ ਦੇ ਤੇ ਪਾਲਾਂ ਦੇ। ਕਿਹਦੇ ਲਈ ਚੱਲਿਆ ਸੀਗਾ? ਕਨੌਜ ਲਈ ਚੱਲਿਆ ਸੀਗਾ ਜੀ, ਠੀਕ ਹੈ ਜੀ।
ਗੁੱਜਰ ਪ੍ਰਤੀਹਾਰ ਸੀਗੇ ਜਿਹੜੇ ਗੁਜਰਾਤ ਵਿੱਚ ਰਾਜ ਕਰ ਰਹੇ ਸੀ, ਦੱਖਣ ਦੇ ਵਿੱਚ ਰਾਸ਼ਟਰਕੂਟ ਰਾਜ ਕਰ ਰਹੇ ਸੀ, ਬੰਗਾਲ ਦੇ ਵਿੱਚ ਕੌਣ ਰਾਜ ਕਰ ਰਿਹਾ ਸੀਗਾ? ਪਾਲ ਵੰਸ਼ ਰਾਜ ਕਰ ਰਿਹਾ ਸੀਗਾ। ਤ੍ਰੈਪੱਖੀ ਸੰਘਰਸ਼ ਦੀ ਸ਼ੁਰੂਆਤ ਕਿਹਨੇ ਕੀਤੀ ਸੀ? ਹੁਣ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਤਿੰਨ ਸ਼ਕਤੀਆਂ ਸੀ ਜਿਨ੍ਹਾਂ ਦੇ ਵਿੱਚ ਤ੍ਰੈਪੱਖੀ ਸੰਘਰਸ਼ ਚੱਲਿਆ, ਪਰ ਤ੍ਰੈਪੱਖੀ ਸੰਘਰਸ਼ ਆ ਜਿਹੜਾ ਉਹ ਸਟਾਰਟ ਕਿਹਨੇ ਕੀਤਾ ਸੀਗਾ ਜੀ? ਵਤਸਰਾਜ ਨੇ ਕੀਤਾ ਸੀਗਾ, ਇੰਦਰਯੁੱਧ ਨੇ ਕੀਤਾ ਸੀਗਾ, ਜਾਂ ਫਿਰ ਧਰਮਪਾਲ ਨੇ ਕੀਤਾ ਸੀ? ਕਿਹਨੇ ਕੀਤਾ ਸੀ? ਉਪਰੋਕਤ ਸਾਰਿਆਂ ਨੇ ਕੀਤਾ ਸੀਗਾ। ਇਹ ਜਿਹੜਾ ਤ੍ਰੈਪੱਖੀ ਸੰਘਰਸ਼ ਸਟਾਰਟ ਕੀਤਾ ਸੀ ਵਤਸਰਾਜ ਨੇ ਕੀਤਾ ਸੀ। ਜਿਹੜਾ ਵਤਸਰਾਜ ਆ ਸਾਡੇ ਕੋਲੇ ਕਿਹਨਾਂ ਦਾ ਰਾਜਾ ਗਾ? ਗੁੱਜਰ ਪ੍ਰਤੀਹਾਰਾਂ ਦਾ। ਕਹਿਣ ਤੋਂ ਭਾਵ ਤ੍ਰੈਪੱਖੀ ਸੰਘਰਸ਼ ਸਟਾਰਟ ਕਰਨ ਵਾਲੇ ਕੌਣ ਨੇ? ਗੁੱਜਰ ਪ੍ਰਤੀਹਾਰ। ਠੀਕ ਆ। ਕਨੌਜ ਦਾ ਸ਼ਾਸਕ ਕੌਣ ਸੀਗਾ ਜਦੋਂ ਸਟਾਰਟ ਹੋਇਆ ਇਹ ਯੁੱਧ? ਇੰਦਰਯੁੱਧ। ਤੇ ਪਾਲ ਵੰਸ਼ ਦਾ ਰਾਜਾ ਕੌਣ ਸੀਗਾ? ਧਰਮਪਾਲ। ਤੇ ਰਾਸ਼ਟਰਕੂਟਾਂ ਦਾ ਨਰੇਸ਼ ਕੌਣ ਸੀਗਾ? ਧਰੁਵ। ਜਦੋਂ ਇਹ ਤ੍ਰੈਪੱਖੀ ਸੰਘਰਸ਼ ਸਟਾਰਟ ਹੋਇਆ ਇਹ ਰਾਜੇ ਰਾਜ ਕਰਦੇ ਸੀਗੇ। ਸਮਝ ਲੱਗੀ ਜੀ? ਤ੍ਰੈਪੱਖੀ ਸੰਘਰਸ਼ ਤਿੰਨ ਗੁੱਟਾਂ ਵਿਚਕਾਰ ਚੱਲਿਆ, ਕਨੌਜ ਨੂੰ ਲੈ ਕੇ ਚੱਲਿਆ, ਵਤਸਰਾਜ ਨੇ ਸਟਾਰਟ ਕੀਤਾ ਸੀਗਾ। ਠੀਕ ਹੈ ਜੀ। ਕਨੌਜ ਤੇ ਅੰਤ ਦੇ ਵਿੱਚ ਕਹਿੰਦੇ ਕਿਸ ਰਾਜਵੰਸ਼ ਦਾ ਅਧਿਕਾਰ ਹੋ ਗਿਆ ਸੀ? ਹੁਣ ਇਹ ਸੰਘਰਸ਼ 200 ਸਾਲ ਚੱਲਦਾ ਰਿਹਾ ਕਨੌਜ ਤੇ। ਗੁੱਜਰ ਕਹਿੰਦੇ ਸਾਡਾ ਅਧਿਕਾਰ ਆ, ਪਾਲ ਜਿੱਤ ਗਏ, ਫਿਰ ਰਾਸ਼ਟਰਕੂਟਾਂ ਨੇ ਜਿੱਤ ਲਿਆ। 200 ਸਾਲ ਸੰਘਰਸ਼ ਚੱਲਦਾ ਰਿਹਾ। ਪਹਿਲਾਂ ਗੁੱਜਰਾਂ ਨੇ ਜਿੱਤ ਲਿਆ ਕਨੌਜ ਨੂੰ, ਫਿਰ ਪਤਾ ਲੱਗਿਆ ਵੀ ਗੁੱਜਰ ਜਿੱਤ ਕੇ ਚਲੇ ਗਏ ਤਾਂ ਪਾਲਾਂ ਨੇ ਜਿੱਤ ਲਿਆ, ਧਰਮਪਾਲ ਨੇ। ਪਾਲ ਜਿੱਤ ਕੇ ਚਲਿਆ ਗਿਆ ਤਾਂ ਫਿਰ ਰਾਸ਼ਟਰਕੂਟਾਂ ਨੇ, ਧਰੁਵ ਨੇ ਜਿੱਤ ਲਿਆ ਉਹਨੂੰ। 200 ਸਾਲ ਇਹ ਸੰਘਰਸ਼ ਚੱਲਦਾ ਰਿਹਾ। ਠੀਕ ਹੈ ਜੀ। ਤੇ ਅੰਤ ਵਿੱਚ ਕਿਹੜੀ ਜਿੱਤ? ਅੰਤ ਕਿਹਨਾਂ ਦੀ ਜਿੱਤ ਹੋਈ ਸੀ? ਗੁੱਜਰ ਪ੍ਰਤੀਹਾਰਾਂ ਦੀ ਹੋਈ ਸੀ, ਪਾਲਾਂ ਦੀ ਹੋਈ ਸੀ, ਜਾਂ ਫਿਰ ਰਾਸ਼ਟਰਕੂਟਾਂ ਦੀ? ਕਿਹਨੇ ਜਿੱਤੇ ਸੀਗੇ ਅੰਤ ਦੇ ਵਿੱਚ? ਕੌਣ ਜਿੱਤੇ? ਸਾਡੇ ਗੁੱਜਰ ਪ੍ਰਤੀਹਾਰ ਜਿੱਤੇ ਨੇ ਜੀ। ਠੀਕ ਹੈ ਜੀ। ਗੁੱਜਰ ਪ੍ਰਤੀਹਾਰ ਨੇ ਜਿਹੜੇ, ਇਹਨਾਂ ਬਾਰੇ ਜਾਣਕਾਰੀ ਸਾਨੂੰ ਕਿੱਥੋਂ ਮਿਲਦੀ ਆ? ਅਬੂ ਜਾਇਦਨ ਅਲ ਮਸੂਦੀ ਜਿਹੜੇ ਅਰਬ ਲੇਖਕ ਸੀਗੇ ਉਹਨਾਂ ਨੇ ਪ੍ਰਤੀਹਾਰਾਂ ਨੂੰ ਗੁੱਜਰ ਜਾਤੀ ਦਾ ਦੱਸਿਆ ਗਿਆ ਜੀ। ਕਲੀਅਰ ਆ? ਪੁਲਕੇਸ਼ਨ ਦੂਜੇ ਨੇ ਇਹੋਲ ਅਭਿਲੇਖ ਦੇ ਵਿੱਚ ਸਭ ਤੋਂ ਪਹਿਲਾਂ ਗੁੱਜਰਾਂ ਦਾ ਉਲੇਖ ਕੀਤਾ ਗਾ। ਗੁੱਜਰਾਂ ਦਾ ਉਲੇਖ ਜਿਹੜਾ ਕੀਤਾ ਗਾ ਸਭ ਤੋਂ ਪਹਿਲਾਂ ਮਿਲਿਆ ਕਿੱਥੇ ਆ ਸਾਨੂੰ? ਇਹੋਲ ਅਭਿਲੇਖ ਆ ਪੁਲਕੇਸ਼ਨ ਦੂਜੇ ਦਾ। ਯਾਦ ਰੱਖਿਓ ਜੀ। ਪ੍ਰਤੀਹਾਰ ਅਭਿਲੇਖਾਂ ਵਿੱਚ ਉਹਨਾਂ ਨੂੰ ਕਹਿੰਦੇ ਸ੍ਰੀ ਰਾਮ ਦੇ ਅਨੁਯਾਈ ਅਤੇ ਲਕਸ਼ਮਣ ਦੇ ਰਾਜਵੰਸ਼ ਤੋਂ ਦੱਸਿਆ ਗਿਆ। ਸ੍ਰੀ ਰਾਮ ਦਾ ਜਿਹੜਾ ਦਰਬਾਰ ਦੇ ਵਿੱਚ ਦਰਬਾਰੀ ਸੀਗਾ ਲਕਸ਼ਮਣ, ਉਹਦੇ ਸਾਡੇ ਕੋਲੇ ਭਰਾ ਕਹਿਣ ਤੋਂ ਭਾਵ ਉਹਦੇ ਵੰਸ਼ ਦੇ ਵਿੱਚੋਂ ਦੱਸਿਆ ਗਿਆ ਕਿਹਨਾਂ ਨੂੰ? ਪ੍ਰਤੀਹਾਰਾਂ ਨੂੰ। ਠੀਕ ਹੈ ਜੀ। ਪ੍ਰਤੀਹਾਰ ਅਭਿਲੇਖਾਂ ਦੇ ਵਿੱਚ, ਇਹਨਾਂ ਦੇ ਆਪਦਿਆਂ ਦੇ ਵਿੱਚ। ਅਗਲਾ ਪ੍ਰਸ਼ਨ ਆ ਜੀ, ਰਾਜ ਸ਼ੇਖਰ ਕਿਸ ਪ੍ਰਤੀਹਾਰ ਰਾਜੇ ਦਾ ਦਰਬਾਰ ਦੇ ਵਿੱਚ ਰਹਿੰਦਾ ਸੀਗਾ? ਰਾਜ ਸ਼ੇਖਰ ਜਿਹੜਾ ਹੋਇਆਗਾ ਉਹਦੀ ਬੁੱਕ ਦਾ ਨਾਮ ਕੀ ਆ ਉਹ ਵੀ ਆਪਾਂ ਅੱਗੇ ਪੜਾਂਗੇ। ਰਾਜ ਸ਼ੇਖਰ ਆ ਜਿਹੜਾ ਕਿਹੜੇ ਰਾਜੇ ਦੇ ਦਰਬਾਰ 'ਚ ਹੋਇਆਗਾ? ਨਾਗਪਟ ਦੇ, ਮਿਹਰ ਭੋਜ ਦੇ, ਮਹਿੰਦਰਪਾਲ ਦੇ, ਜਾਂ ਫਿਰ ਯਸ਼ਪਾਲ ਦੇ? ਕਿਹੜੇ ਰਾਜੇ ਦੇ ਦਰਬਾਰ ਦੇ ਵਿੱਚ ਰਹਿੰਦਾ ਸੀਗਾ ਜੀ? ਇਹ ਰਹਿੰਦਾ ਸੀਗੀ ਮਹਿੰਦਰਪਾਲ ਦੇ ਦਰਬਾਰ ਦੇ ਵਿੱਚ। ਮਹਿੰਦਰਪਾਲ ਪ੍ਰਤੀਹਾਰ ਰਾਜਿਆਂ ਦਾ ਗਾ ਪ੍ਰਤਾਪੀ ਰਾਜਾ ਸੀਗਾ। ਪ੍ਰਤੀਹਾਰਾਂ ਦਾ ਸੰਸਥਾਪਕ ਕੌਣ? ਨਾਗਪਟ ਪਹਿਲਾ ਕਾਜੀ 730 ਈਸਵੀ ਦੇ ਵਿੱਚ। ਮਿਹਰ ਭੋਜ ਆ ਜਿਹੜਾ ਇਹਨਾਂ ਦਾ ਇੱਕ ਰਾਜਾ ਹੋਇਆ ਜਿਹੜਾ ਵਿਸ਼ਨੂੰ ਦਾ ਉਪਾਸਕ ਸੀਗਾ। ਰਾਜ ਸ਼ੇਖਰ ਜਿਹੜਾ ਦੀ ਰਚਨਾ ਗੀ ਆਪਾਂ ਪਹਿਲਾਂ ਪੁੱਛਿਆ ਸੀ ਤੁਹਾਨੂੰ, ਕਾਵਿ ਮੀਮਾਂਸਾ ਗੀ। ਯਸ਼ਪਾਲ ਪ੍ਰਤੀਹਾਰ ਰਾਜਾਂ ਦਾ ਕੀ ਹੈਗਾ? ਆਖਰੀ ਰਾਜਾ ਹੋਇਆ ਜੀ। ਤੇ ਪ੍ਰਤੀਹਾਰਾਂ ਦੀ ਰਾਜਧਾਨੀ ਹੈ ਜਿਹੜੀ ਉਹ ਕਿਹੜੀ ਆ? ਕਨੌਜ ਆ ਤੇ ਉਜੈਨ ਆ। ਦੋ ਰਾਜਧਾਨੀਆਂ ਰਹੀਆਂ ਇਹਨਾਂ ਦੀਆਂ। ਪਹਿਲਾਂ ਉਜੈਨ, ਫਿਰ ਬਾਅਦ ਦੇ ਵਿੱਚ ਕਨੌਜ ਬਣੀ। ਕਨੌਜ ਤੇ ਅੰਤ ਵਿੱਚ ਕਿਹਨਾਂ ਦਾ? ਗੜਵਾਲ ਵੰਸ਼ ਦਾ ਸਥਾਪਿਤ ਹੋ ਗਿਆ। ਜਦੋਂ ਪ੍ਰਤੀਹਾਰ ਖਤਮ ਹੋ ਗਏ ਕੌਣ ਬਣ ਗਿਆ? ਗੜਵਾਲ ਰਾਜਵੰਸ਼ ਸਥਾਪਿਤ ਹੋ ਗਿਆ ਸੀਗਾ ਜੀ। ਪਾਲ ਵੰਸ਼ ਤੇ ਕਿਸ ਸ਼ਾਸਕ? ਪਾਲ ਵੰਸ਼ ਦਾ ਕੋਈ ਸ਼ਾਸਕ ਹੋਇਆ ਜਿਹਦਾ ਸਾਡੇ ਕੋਲੇ ਹਰੀਭੱਦਰ ਇੱਕ ਬੁੱਧ ਲੇਖਕ ਸਮਕਾਲੀ ਸੀ। ਕਿਹੜੇ ਪਾਲ ਵੰਸ਼ ਦਾ ਰਾਜਾ ਸੀਗਾ? ਕੌਣ ਸੀਗਾ ਉਹ ਜਿਹਦਾ ਸਮਕਾਲੀ ਸੀ ਹਰੀਭੱਦਰ? ਗੋਪਾਲ ਦਾ, ਧਰਮਪਾਲ ਦਾ, ਦੇਵਪਾਲ ਦਾ, ਜਾਂ ਫਿਰ ਮਦਨਪਾਲ ਦਾ? ਕਿਹਦਾ ਸਮਕਾਲੀ ਸੀਗਾ? ਧਰਮਪਾਲ ਦਾ। ਕਿਹੜੇ ਰਾਜੇ ਦਾ ਸਮਕਾਲੀ ਸੀਗਾ ਜੀ? ਧਰਮਪਾਲ ਦਾ ਸਮਕਾਲੀ ਸੀਗਾ। ਧਰਮਪਾਲ ਆ ਜਿਹੜਾ ਮਹਾਨ ਸ਼ਾਸਕ ਸੀਗਾ ਸਾਡੇ ਕੋਲੇ ਜਿਹਨੇ ਤ੍ਰੈਪੱਖੀ ਸੰਘਰਸ਼ ਦੇ ਵਿੱਚ ਸ਼ੁਰੂਆਤ ਦੇ ਵਿੱਚ ਕੀ ਲੈਤਾ ਸੀਗਾ? ਹਿੱਸਾ ਲੈਤਾ ਸੀਗਾ ਜੀ।
ठीक है। विक्रमशिला यूनिवर्सिटी इन्हें बनवाई आ धर्मपाल ने। सॉरी, पाल वंश का संस्थापक साडे कोले कौन है पुछ लेता जाता, गोपाल हैगा। राजधानी किहड़ी इन्हां दी मुंगेर हैगी। प्रसिद्ध शासक कौन सीगा इन्हां दा पालां दा, देवपाल। अंतिम शासक कौन सीगा, मदनपाल। ते खात्मा किन्हां ने कीता गा पालां दा, सेन वंश ने कीता सीगा। क्लीयर है जी। ये प्रश्न एक प्रश्न करन ते तुहानूं 8-10 प्रश्न नाल उहदे नाल रिलेटेड करवा दिते जांदे ने, याद करया करो। बलाल सेन किस वंश का शक्तिशाली शासक सीगा जी, बलाल सेन किहदा सीगा, बलाल पुछ लेता जांदा। पाल वंश का, सलोकी वंश का, सेन वंश का या फिर चालुक्य वंश का। जिहड़ा बलाल सेन हैगा, बलाल पुछ लेते जांदा किहड़े वंश का, सेन वंश का। सेन बलाल सेन वंश का शक्तिशाली शासक सीगा। हुण सेन वंश दा संस्थापक कौन है, समंत सेन आ। राजधानी किहड़ी इन्हां दी, नादिया लखनौती हैगी। बलाल सेन दे ने दान सागर अते अद्भुत सागर की कीती आ, रचना की आ। विजय सेन ने देवपतनम विच ब्रह्मनेश्वर मंदिर, शिव मंदिर बनवाया सी इहने। ठीक है जी। किने, विजय सेन ने, सेन वंश का गायक राजा। लक्ष्मण सेन दे दरबार दे विच कौन कौन रहिंदा सीगा जी, जयदेव, धोई, ब्राह्मण, सरवास, जिहड़े लक्ष्मण सेन दे दरबार दे विच रहिंदे सी। सेन वंश का जिहड़ा राज सीगा, सेन वंश का आखिरी शासक होया लक्ष्मण सेन। ठीक है जी। आखिरी मान ये साडे कोले किहड़े किहड़े सेन वंश दे नाल संबंधित 8-10 क्वेश्चन नाल रुल जांदे ने। अगला प्रश्न किहड़ा साडे कोले, डिगल शैली दे विच किहड़ी रचना लिखी गई आ। पृथ्वीराज रासो लिखी गई आ, गीत गोबंद लिखी गई आ, पवनदूत लिखी गई है, या हलायुद्ध लिखी गई है। किहड़ी रचना लिखी गई है जिहड़ी डिगल शैली दे विच लिखी गई आ, वो लिखी गई है साडे कोले पृथ्वीराज रासो। पृथ्वीराज रासो आ जिहड़ी साडे कोले बुक है किहदी आ, चांद बरदई दी। चौहान वंश दे राजे पृथ्वीराज दा जिहड़ा विआह होया सी संजोगता नाल, जयचंद गढ़वाल राजे दी पुत्री सी संजोगता, ਉਹਨੂੰ ਸਵੈਂਬਰ ਦੇ ਵਿੱਚੋਂ ਚੱਕ ਕੇ ਲੈ ਗਿਆ ਸੀਗਾ ਪ੍ਰਿਥਵੀਰਾਜ। ਉਹ ਵਰਣਨ ਕਿੱਥੇ ਮਿਲਦਾ ਸਨ, ਪ੍ਰਿਥਵੀਰਾਜ ਰਾਸੋ ਚਾਂਦ ਬਰਦਈ ਦੀ ਜਿਹੜੀ ਬੁੱਕ ਆ ਗਈ ਉੱਥੋਂ ਮਿਲਦਾ ਗਾ ਜੀ। ਗੀਤ ਗੋਬਿੰਦ ਕਿਹਦਾ ਗਾ, ਜੈਦੇਵ ਦੀ ਬੁੱਕ ਆ ਗਈ। ਜੈਦੇਵ ਕਿਹਦਾ ਸਮਕਾਲੀ ਸੀ, ਪਿਛਲੀ ਸਲਾਈਡ ਦੇ ਵਿੱਚ ਆਪਾਂ ਪੜ੍ਹਿਆ ਗਾ, ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਨਾ ਗਾ। ਪਵਨਦੂਤ ਕਿਹਦੀ ਆ, ਧੋਈ ਦੀ ਆ। ਹਲਾਯੁੱਧ ਕਿਹਦੀ ਆ, ਬ੍ਰਾਹਮਣ ਸਰਵਾਸ ਦੀ ਆ। ਠੀਕ ਹੈ ਜੀ। अगला प्रश्न, गढ़वाल वंश का संस्थापक कौन सीगा, गढ़वालों का संस्थापक कौन आ जी, चंद्रदेव आ, जयचंद आ, त्रिलोचनपाल आ, या फिर कलार। गढ़वाल राजवंश का संस्थापक कौन आ, चंद्रदेव। कौन आ जी, चंद्रदेव इन्हां दा संस्थापक आ। राजधानी इन्हां दी कनौज सी गढ़वालों की। आखिरी राजा कौन होया इन्हां दा, जयचंद होयागा। 1194 ਦੇ ਵਿੱਚ ਜੈਚੰਦ, ਠੀਕ ਹੈ ਜੀ, ਤੇ ਮੁਹੰਮਦ ਗੌਰੀ ਦੇ ਚੰਦਾਵਰ ਦੇ ਯੁੱਧ ਦੇ ਵਿੱਚ ਹਾਰ ਗਿਆ ਸੀ ਅਤੇ ਉਸ ਦੀ ਮੌਤ ਹੋ ਗਈ, ਜਿਸ ਤਰ੍ਹਾਂ ਗੜਵਾਲ ਰਾਜਵੰਸ਼ ਦਾ ਕੀ ਹੋ ਗਿਆ, ਖਤਮ ਹੋ ਗਿਆ। ਮੁਹੰਮਦ ਗੌਰੀ ਤੋਂ ਕੌਣ ਹਾਰ ਗਿਆ ਸੀ, ਜੈਚੰਦ। ਇਹ ਉਹੀ ਜੈਚੰਦ ਆ ਜਿਹਦੀ ਪੁੱਤਰੀ ਦਾ ਨਾਮ ਸੰਜੋਗਤਾ ਸੀ। ਚੌਹਾਨ ਵੰਸ਼ ਦੇ ਰਾਜੇ ਪ੍ਰਿਥਵੀਰਾਜ ਰਾਸੋ ਨੇ ਇਹਦੀ ਪੁੱਤਰੀ ਨਾਲ ਵਿਆਹ ਕਰਵਾਇਆ ਸੀਗਾ ਤੇ ਉੱਥੋਂ ਸਵੰਬਰ ਦੇ ਵਿੱਚੋਂ ਕੱਢ ਕੇ ਲੈ ਗਿਆ ਸੀ। ਕਿਉਂ ਲੈ ਗਿਆ ਸੀ, ਕਿਉਂਕਿ ਜੈਚੰਦ ਨੇ ਪ੍ਰਿਥਵੀਰਾਜ ਦੇ ਰਾਸੋ ਨੂੰ, ਪ੍ਰਿਥਵੀਰਾਜ ਆ ਜਿਹੜਾ ਤੀਜਾ ਸੀਗਾ, ਉਹਨੂੰ ਚੌਹਾਨ ਨੂੰ ਸੱਦਿਆ ਨਹੀਂ ਸੀਗਾ, ਬਾਕੀ ਸਾਰੇ ਰਾਜਿਆਂ ਨੂੰ ਸੱਦ ਲਿਆ ਸੀਗਾ ਜੀ। ਅੱਗੇ ਸ਼ਾਹੀ ਵੰਸ਼ ਆ ਜਿਹੜਾ ਦਾ ਸੰਸਥਾਪਕ ਕੌਣ ਆ, ਚੰਦਰਦੇਵ ਆ, ਜੈਚੰਦ ਆ, त्रिलोचनपाल आ, ਜਾਂ ਕਲਾਰ। शाही वंश आ ਜਿਹੜਾ ਉਹਦਾ ਸੰਸਥਾਪਕ ਕੌਣ ਆ, ਕਲਾਰ ਜੀ। ठीक है जी। कलार बोलते हैं, ललिया ब्राह्मण भी बोलते हैं, इन्होंने आप ब्राह्मण राजवंश भी कहने आगे। राजधानी वहंदा आ गई इन्हों की, लशमान लशयान आ, भांडपुर। आखिरी राजा इन्हों का त्रिलोचनपाल होया जी। तो प्रसिद्ध राजा किहड़ा होया, इनू हिंदू शाही राज भी बोलते हैं आप, जयपाल ते आनंदपाल। ठीक है जी। शाही राजवंश होया इन्हों का। ये त्रिलोचनपाल ते जयपाल होए ने जिहड़े, ये महमूद गजनवी नाल इन्हों ने लड़ाइयां लड़ियां। जयपाल बार बार हारन तो बाद
ਖੁਦਕੁਸ਼ੀ ਕਰ ਗਿਆ ਸੀ ਤੇ ਆਨੰਦਪਾਲ ਦਾ ਪੁੱਤਰ ਬੈਠਿਆ ਤੇ ਉਹ ਵੀ ਮਹਿਮੂਦ ਗਜ਼ਨਵੀ ਨਾਲ ਲੜਦਾ ਹੋਇਆ ਮਾਰਿਆ ਗਿਆ ਸੀ। ਠੀਕ ਹੈ ਜੀ। ਖੁਜਰਾਹੋ ਮੰਦਿਰ ਕਿਸ ਵੰਸ਼ ਨੇ ਬਣਵਾਏ ਸੀ? ਖੁਜਰਾਹੋ ਦੇ ਜਿਹੜੇ ਜੈਨ ਮੰਦਿਰ ਨੇ ਉਹ ਕਿਹੜੇ ਰਾਜਵੰਸ਼ ਨੇ ਬਣਾਏ ਨੇ? ਸ਼ਾਹੀ ਰਾਜਵੰਸ਼ ਨੇ, ਗੜਵਾਲਾਂ ਨੇ, ਚੰਦੇਲਾਂ ਨੇ, ਪਰ ਚੇਂਦੀ ਰਾਜਵੰਸ਼ ਨੇ। ਕਿਹਨਾਂ ਦੇ ਬਣੇ ਹੋਏ ਨੇ ਜੀ ਉਹ ਰਾਜ? ਜਿਹੜੇ ਖੁਜਰਾਹੋ ਦੇ ਮੰਦਿਰ ਨੇ ਉਹ ਸਾਡੇ ਕੋਲੇ ਬਣਾਏ ਹੋਏ ਨੇ ਚੰਦੇਲ ਰਾਜਵੰਸ਼ ਨੇ। ਠੀਕ ਹੈ ਜੀ। ਚੰਦੇਲਾਂ ਨੇ ਬਣਾਏ ਹੋਏ ਨੇ। ਚੰਦੇਲਾਂ ਦਾ ਸੰਸਥਾਪਕ ਕੌਣ ਹੈ? ਨਨਕਾ। ਰਾਜਧਾਨੀ ਇਹਨਾਂ ਦੀ ਚੰਦੇਲਾਂ ਦੀ ਕੌਣੀ ਸੀ? ਖੁਜਰਾਹੋ। ਪ੍ਰਤਾਪੀ ਰਾਜਾ ਕੌਣ ਹੋਇਆ ਇਹਨਾਂ ਦਾ? ਯਸ਼ੋਵਰਮਨ। ਸੰਗ ਚੰਦੇਲ ਵੰਸ਼ ਦਾ ਸ਼ਾਸਕ ਸੀਗਾ ਜਿਸ ਨੇ ਖੁਜਰਾਹੋ ਮੰਦਿਰ ਬਣਵਾਇਆ ਸੀਗਾ MP ਮੱਧ ਪ੍ਰਦੇਸ਼। ਖੁਜਰਾਹੋ ਜਿਹੜੀ ਚੰਦੇਲ ਰਾਜਵੰਸ਼ ਰਾਜ ਕਰ ਰਿਹਾ, ਚੰਦੇਲ ਆ ਪਏ ਨੇ ਜੀ ਮੱਧ ਪ੍ਰਦੇਸ਼ ਦੇ ਵਿੱਚ ਰਾਜ ਕਰ ਰਹੇ ਸੀ। ਇਹ ਜਿਹੜੇ ਮੰਦਿਰ ਨੇ ਖੁਜਰਾਹੋ ਦੇ ਜੈਨ ਮੰਦਿਰ ਨੇ, ਜਿਹੜੇ ਨਿਊਡ ਮੰਦਿਰ ਨੇ ਇਹ, ਠੀਕ ਹੈ ਜੀ, ਤੇ ਜੈਨ ਮੂਰਤੀਆਂ ਨਾਲ ਬਣੇ ਹੋਏ ਨੇ। ਕੁਤਬਦੀਨ ਹੱਥੋਂ ਜਿਹੜੇ ਚੰਦੇਲ ਵੰਸ਼ ਕੀ ਹੋ ਗਿਆ ਸੀਗਾ? ਹਾਰ ਗਿਆ ਸੀਗਾ ਜੀ। ਦਿਲਵਾੜਾ ਦਾ ਜੈਨ ਮੰਦਿਰ ਕਿਸ ਸ਼ਾਸਕਾਂ ਨੇ ਬਣਵਾਇਆ ਸੀ? ਦਿਲਵਾੜਾ ਦਾ ਜੈਨ ਮੰਦਿਰ ਜਿਹੜਾ ਸ਼ਾਹੀ ਵੰਸ਼ ਨੇ, ਸਲੋਂਕੀ ਨੇ, ਚੰਦੇਲਾਂ ਨੇ, ਫਿਰ ਚੇਂਦੀ ਰਾਜਵੰਸ਼ ਨੇ। ਇਹ ਕਿਹੜੇ ਨੇ ਬਣਵਾਇਆ ਦਿਲਵਾੜਾ ਦਾ ਜੈਨ ਮੰਦਿਰ? ਸਲੋਂਕੀ ਰਾਜਵੰਸ਼ ਨੇ, ਜਿਹਨੂੰ ਚਾਲਕੂਆ ਵੀ ਬੋਲਦੇ ਆਪਾਂ। ਇਹ ਜਿਹੜਾ ਮੰਦਿਰ ਹੈਗਾ ਦਿਲਵਾੜਾ ਦਾ ਜੈਨ ਮੰਦਿਰ, ਇਹ ਭੀਮ ਪਹਿਲੇ ਦੇ ਸਮੰਤ ਸੀਗਾ ਵਿਮਲ ਸਾਹ, ਉਹਨੇ ਬਣਵਾਇਆ ਸੀਗਾ ਜੀ। ਇਹ ਹੈ ਕਿੱਥੇ ਆ? ਆਬੂ ਪਰਬਤ, ਕਹਿਣ ਤੋਂ ਭਾਵ ਮਾਊਂਟ ਆਬੂ, ਜਿਹੜਾ ਰਾਜਸਥਾਨ ਦੇ ਵਿੱਚ ਸਨਸੈਟ ਆ। ਰਾਜਸਥਾਨ ਦੇ ਵਿੱਚ ਸਨਸੈਟ ਆ ਆਬੂ ਪਰਬਤ, ਮਾਊਂਟ ਆਬੂ ਆ ਜਿਹੜਾ, ਠੀਕ ਜੀ। ਉਹਦੀ ਉੱਚੀ ਚੋਟੀ ਗੁਰੂ ਸਿਖਰ ਆ। ਆਪਾਂ ਜਿਹੜੇ ਟੂਰਿਸਟ ਜਾਂਦੇ ਨੇ ਆਬੂ ਪਰਬਤ ਤੇ, ਉੱਥੇ ਸੂਰਜ ਨੂੰ ਐ ਫੜ ਕੇ ਫੋਟੋਆਂ ਖਿਚਾਉਂਦੇ ਨੇ। ਠੀਕ ਹੈ। ਸੂਰਜ ਹੱਥ 'ਚ ਫੜ ਲਿਆ ਜੀ ਅਸੀਂ, ਉਹ ਸਾਡੇ ਕੋਲੇ ਆਬੂ ਪਰਬਤ ਆ। ਇਹ ਉੱਥੇ ਸਥਿਤ ਆ ਜੈਨ ਮੰਦਿਰ ਵਿਮਲ ਸ਼ਾਹ ਦਾ ਬਣਿਆ ਹੋਇਆ। ਦਿਲਵਾੜਾ ਦਾ ਜੈਨ ਮੰਦਿਰ ਬੋਲਦੇ ਆ ਉਹਨੂੰ, ਬੜਾ ਮਸ਼ਹੂਰ ਹੈ ਜੀ। ਸੰਸਥਾਪਕ ਕੌਣ ਆ? ਸਲੋਂਕੀ ਦਾ ਮੂਲ ਰਾਜ ਪਹਿਲਾ ਗਾ। ਖੇਤਰ ਇਹਨਾਂ ਦਾ ਰਾਜ ਕਿੱਥੇ ਰਾਜ ਕੀਤੇ ਸੀ ਇਹਨਾਂ ਨੇ? ਸਲੋਂਕੀਆਂ ਨੇ ਸਾਡੇ ਕੋਲੇ ਗੁਜਰਾਤ ਦੇ ਵਿੱਚ, ਰਾਜਸਥਾਨ ਦੇ ਵਿੱਚ। ਭੀਮ ਦੇ ਪਹਿਲਾ ਦੇ ਸਮੇਂ ਮਹਿਮੂਦ ਗਜ਼ਨਵੀ ਨੇ ਹਮਲਾ ਕੀਤਾ ਸੀ 1025 ਦੇ ਵਿੱਚ। ਗੁਜਰਾਤ ਦੇ ਸੋਮਨਾਥ ਮੰਦਿਰ ਨੂੰ ਲੁੱਟ ਲਿਆ ਸੀਗਾ। ਸੋਮਨਾਥ ਮੰਦਿਰ ਤੋਂ 20 ਲੱਖ ਦਾ ਸੋਨਾ ਸੀਗਾ, ਜਿਹੜਾ ਸੰਪत्ति ਸੀਗੀ, ਚੱਕ ਕੇ ਲੈ ਗਿਆ ਸੀਗਾ ਮਹਿਮੂਦ ਗਜ਼ਨਵੀ। ਠੀਕ ਹੈ ਜੀ। ਤੇ ਭੀਮ ਦੂਜੇ ਨੇ 1178 ਦੇ ਵਿੱਚ ਇਸੇ ਸਲੋਂਕੀ ਰਾਜਵੰਸ਼ ਦੇ ਨੇ ਮੁਹੰਮਦ ਗੌਰੀ ਨੂੰ ਕੀ ਕਰਤਾ ਸੀਗਾ ਜੀ? ਹਰਾਤਾ ਸੀਗਾ। ਠੀਕ ਆ। ਮੁਹੰਮਦ ਗੌਰੀ 2 ਵਾਰੀ ਹਾਰਿਆ ਸੀਗਾ ਭੀਮ ਦੂਜੇ ਤੋਂ ਤੇ ਪ੍ਰਿਥਵੀ ਰਾਜ ਚੌਹਾਨ ਤੋਂ 1191 ਦੀ ਲੜਾਈ ਦੇ ਵਿੱਚ। ਚੌਹਾਨ ਰਾਜਵੰਸ਼ ਦਾ ਜਿਹੜਾ ਹੋਇਆਗਾ 1192 ਦੀ ਲੜਾਈ ਦੇ ਵਿੱਚ। ਗੱਲ 91 ਜਾਂ 92 ਦੀ ਆਪਾਂ ਕਰਦੇ ਹੁੰਦੇ ਆ, ਗੱਲ 91 ਜਾਂ 92 ਦੀ ਆ, 1191 ਜਾਂ 1192। ਠੀਕ ਹੈ ਜੀ। ਤਰਾਈਨ ਦੀਆਂ ਲੜਾਈਆਂ ਦੇ ਵਿੱਚ ਇਹ ਤੁਹਾਨੂੰ ਐਪ ਦੇ ਵਿੱਚ ਚੰਗੀ ਤਰ੍ਹਾਂ ਕਰਾਇਆ ਹੋਇਆ ਆਪਾਂ ਨੇ। 1197 ਦੇ ਵਿੱਚ ਕੁਤਬਦੀਨ ਐਬਕ ਨੇ ਇਸ ਵੰਸ਼ ਦਾ ਕੀ ਕਰਤਾ ਸੀਗਾ? ਅੰਤ ਕਰਤਾ ਸੀਗਾ ਜੀ। ਠੀਕ ਹੈ ਜੀ। ਯਾਦ ਰੱਖਣਾ, ਭੀਮ ਪਹਿਲਾ ਗਾ ਜਿਹੜਾ ਇਹ ਮਹਿਮੂਦ ਗਜ਼ਨਵੀ ਦੇ ਸਮੇਂ ਸੀਗਾ। ਭੀਮ ਦੂਜਾ ਗਾ ਜਿਹੜਾ ਇਹ ਮੁਹੰਮਦ ਗੌਰੀ ਦੇ ਸਮੇਂ ਹੋਇਆ ਜੀ। ਅਗਲਾ ਪ੍ਰਸ਼ਨ ਆ ਜਿਹੜਾ ਧਨਿਕ ਅਤੇ ਤਨਜ ਕਿਸ ਰਾਜਵੰਸ਼ ਦੀਆਂ ਮਹਾਨ ਸ਼ਖਸੀਅਤਾਂ ਹੈਗੀਆਂ? ਪਰਮਾਰ ਦੀਆਂ, ਸਲੋਂਕੀ ਦੀਆਂ, ਚੰਦੇਲ ਦੀਆਂ ਜਾਂ ਫਿਰ ਚੇਂਦੀ ਦੀਆਂ? ਧਨਿਕ ਜੇ ਧਨਜ ਨੇ ਜਿਹੜੇ ਉਹ ਕਿਹਦੇ ਦਰਬਾਰ ਦੇ ਵਿੱਚ ਰਹਿੰਦੇ ਸੀਗੇ? ਪਰਮਾਰਾਂ ਦੇ ਰਾਜਵੰਸ਼। ਪਰਮਾਰ ਸਾਡੇ ਕੋਲੇ ਕਿੱਥੇ ਨੇ? ਸਾਡੇ ਕੋਲੇ ਆ ਪਿਆ ਜੀ MP ਦੇ ਸਾਊਥ ਦੇ ਵਿੱਚ ਪਰਮਾਰ ਰਾਜਵੰਸ਼। ਪਰਮਾਰ ਵੰਸ਼ ਦਾ ਸੰਸਥਾਪਕ ਕੌਣ ਆ? ਕ੍ਰਿਸ਼ਨ ਰਾਜ, ਜਿਹਨੂੰ ਆਪਾਂ ਉਪੇਂਦਰ ਕਹਿੰਦੇ ਆਂਗੇ। ਠੀਕ ਆ। ਰਾਜਧਾਨੀ ਇਹਨਾਂ ਦੀ ਕਿਹੜੀ ਆ? ਧਾਰਾ ਨਗਰੀ। ਰਾਜਧਾਨੀ ਕਿਹੜੀ ਇਹਨਾਂ ਦੀ? ਧਾਰਾ ਨਗਰੀ। ਮਹਾਨ ਸ਼ਾਸਕ ਕੌਣ ਆ ਇਹਨਾਂ ਦਾ? ਮੌਂਜਾ ਪਰਮਾਰਾਂ ਦਾ। ਤੇ ਮੌਂਜ ਦੇ ਦਰਬਾਰ ਦੇ ਵਿੱਚ ਜਿਹੜੀਆਂ 2 ਸ਼ਖਸੀਅਤ ਆਪਾਂ ਕਰ ਚੁੱਕੇ ਆ, ਧਨੰਜ ਤੇ ਧਨਿਕ ਰਹਿੰਦੇ ਸੀਗੇ। ਸਭ ਤੋਂ ਪ੍ਰਤਾਪੀ ਰਾਜਾ ਭੋਜ ਹੋਇਆ ਇਹਨਾਂ ਦਾ। ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ, ਜਿਹੜੀਆਂ ਆਪਾਂ ਕਹਾਣੀਆਂ 'ਚ ਸੁਣਦੇ ਹੁੰਦੇ ਆ। ਭੋਜ ਰਾਜਾ, ਭੋਜ ਨੇ ਧਾਰਾ ਨਗਰੀ ਦਾ ਵਿਕਾਸ ਕੀਤਾ ਸੀਗਾ। ਠੀਕ ਹੈ ਜੀ। ਤੇ ਚਿਤੌੜ ਦੇ ਵਿੱਚ ਤ੍ਰੈਭੁਜ ਮੰਦਿਰ ਦਾ ਜਿਹੜਾ ਨਿਰਮਾਣ ਕਰਵਾਇਆ ਉਹ ਵੀ ਕਿਹਨੇ ਕਰਵਾਇਆ ਹੋਇਆ ਜੀ? ਪਰਮਾਰਾਂ ਨੇ ਕਰਵਾਇਆ ਹੋਇਆਗਾ। ਠੀਕ ਹੈ ਜੀ। ਪਰਮਾਰ ਰਾਜਵੰਸ਼ ਬਾਰੇ ਆਪਾਂ ਨੇ ਕੀਤਾ, ਜਾਣਕਾਰੀ ਲੈਤੀ ਆ। ਇਹਦੇ ਨਾਲ ਵੀ 10 ਕੁਐਸਚਨ ਤੁਹਾਨੂੰ ਮਿਲ ਗਏ। ਇੱਕ ਸਲਾਈਡ ਦੇ ਵਿੱਚ ਘੱਟੋ ਘੱਟ ਆਪਾਂ 10 ਪ੍ਰਸ਼ਨ ਪਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਆ। ਘੱਟੋ ਘੱਟ 10 11 ਹੋ ਹੀ ਜਾਂਦੇ ਨੇ। ਜੇ ਤੁਹਾਨੂੰ ਅੱਜ ਮੈਂ ਇੱਥੇ 20-25 ਮਿੰਟਾਂ ਦੀ ਵੀਡੀਓ ਦੇ ਵਿੱਚ
ਪ੍ਰਸ਼ਨ ਕਰਵਾਏ ਨੇਗੇ ਤਾਂ 150 ਕੁਐਸਚਨ ਦੇ ਨਾਲ ਕੁਐਸਚਨ ਕਰਵਾ ਚੁੱਕਿਆਗਾ। ਸ਼ਾਰਟ ਟਾਈਮ ਦੇ ਵਿੱਚ ਵੱਧ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਆ। ਵੱਲਭੀ ਵਿੱਚ ਕੌਣ ਰਾਜ ਕਰ ਰਿਹਾ ਸੀ? ਵੱਲਭੀ ਦੇ ਵਿੱਚ ਕੌਣ ਰਾਜ ਕਰ ਰਿਹਾ ਸੀਗਾ? ਮੈਤਰੀ ਰਾਜ ਕਰ ਰਿਹਾ ਸੀ, ਸਲੋਕੀ ਰਾਜ ਕਰ ਰਿਹਾ ਸੀ, ਚੰਦੇਲ ਜਾਂ ਫਿਰ ਚੇਂਦੀ ਰਾਜ ਕਰ ਰਿਹਾ ਸੀ? ਕੌਣ ਰਾਜ ਕਰ ਰਿਹਾ ਸੀ ਵੱਲਭੀ ਦੇ ਵਿੱਚ ਜੀ? ਵੱਲਭੀ ਦੇ ਵਿੱਚ ਕਰ ਰਿਹਾ ਸੀ ਮੈਤ੍ਰਿਕ ਰਾਜ। ਠੀਕ ਹੈ ਜੀ, ਮੈਤਰੀ ਰਾਜਵੰਸ਼ ਰਾਜ ਕਰ ਰਿਹਾ ਸੀ। ਮੈਤਰੀਆ ਦਾ ਸੰਸਥਾਪਕ ਕੌਣ ਹੈਗਾ ਸਾਡੇ ਕੋਲੇ? ਪਟਾਕਰ ਹੈਗਾ। ਰਾਜਧਾਨੀ ਇਹਨਾਂ ਦੀ ਮੈਤਰੀਆ ਦੀ ਕਿਹੜੀ ਸੀ? ਵੱਲਭੀ ਸੀਗੀ। ਤੇ ਸ਼ਕਤੀਸ਼ਾਲੀ ਰਾਜਾ ਕੌਣ ਹੈ ਇਹਨਾਂ ਦਾ? ਧਰੁਵ ਦੂਜਾ, ਜੋ ਹਰਸ਼ ਦਾ ਸਮਕਾਲੀ ਸੀਗਾ। ਹਰਸ਼ ਨੇ ਆਪਣੀ ਪੁੱਤਰੀ ਦਾ ਵਿਆਹ ਆਪਾਂ ਨੇ ਕੀਤਾ ਸੀਗਾ ਕਿਹਦੇ ਨਾਲ? ਧਰੁਵ ਦੂਜੇ ਨਾਲ ਕੀਤਾ ਸੀਗਾ ਜੀ। ਮੈਤ੍ਰਿਕ ਰਾਜਵੰਸ਼ ਸੀਗਾ ਜਿਹੜਾ। ਠੀਕ ਹੈ, ਅੰਤਿਮ ਗਿਆਤ ਰਾਜਾ ਜਿਹੜਾ, ਇਹਨਾਂ ਦਾ ਹੋਰ ਵੀ ਰਾਜੇ ਹੋਣਗੇ ਬਟ ਅੰਤਿਮ ਜਿਹਦੇ ਬਾਰੇ ਅਸੀਂ ਜਾਣਦੇ ਹਾਂ ਉਹ ਰਾਜਾ ਕੌਣ ਹੈ? ਇਹਦਾ ਸਿਲਦਤ ਹੈ। ਠੀਕ ਹੈ ਜੀ, ਇਹ ਕਿਹੜਾ ਰਾਜਵੰਸ਼ ਹੋਇਆ ਜੀ? ਮੈਤ੍ਰਿਕ ਰਾਜਵੰਸ਼। ਠੀਕ ਹੈ ਜੀ, ਇਹ ਸਾਡੇ ਕੋਲੇ ਅੱਜ ਜੋ ਆਪਾਂ ਨੇ ਕੀਤਾਗਾ ਉੱਤਰੀ ਭਾਰਤ ਦੇ ਰਾਜਵੰਸ਼ ਕੀਤਾਗਾ 700 ਤੋਂ ਲੈ ਕੇ 1200 ਤੱਕ, ਜਿਹੜਾ ਆਪਾਂ ਨੂੰ ਟੌਪਿਕ ਆਉਂਦਾ ਹੁੰਦਾ ਨਿਊਲੀ ਕਿੰਗਡਮ। ਠੀਕ ਹੈ ਜੀ, ਹਰਸ਼ ਤੋਂ ਬਾਅਦ ਦਾ ਸਮਾਂ, ਮੱਧਕਾਲ ਤੋਂ ਪਹਿਲਾਂ ਦਾ ਸਮਾਂ ਕੀਤਾ ਅੱਜ ਆਪਾਂ ਨੇ। ਜੇ ਚੰਗਾ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਕਰਿਓ। ਤੇ ਪੋਸਟਾਂ ਦੀ ਬਾਰੇ ਜਿਹੜੀ ਜਾਣਕਾਰੀ ਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਨਵਰੀ ਫਰਵਰੀ ਦੇ ਵਿੱਚ ਪੋਸਟਾਂ ਬਹੁਤ ਵਧੀਆ ਆ ਰਹੀਆਂ ਨੇਗੀਆਂ। ਸਿਆਲਾਂ ਦੇ ਦਿਨ ਨੇ, ਵਧੀਆ ਪੜ੍ਹਿਆ ਕਰੋ। ਪੜ੍ਹੋਗੇ ਤਾਂ ਹੀ ਜੌਬ ਮਿਲੂਗੀ, ਨਹੀਂ ਵਿਹਲੇ ਬਹਿ ਕੇ ਤੁਹਾਨੂੰ ਕੁਝ ਨਹੀਂ ਮਿਲਣਾ। ਠੀਕ ਹੈ ਜੀ, ਧੰਨਵਾਦ।